माए नी माए मेरे गीतां दे नैना विच बिरहों दी रड़क पवे अद्धी अद्धी राती उठ रोना मोए मित्रानो आए सानू नींद ना पवे। ਗੀਤ ਸਾਡੀ ਜ਼ਿੰਦਗੀ ਵਿੱਚ ਰਸ ਭਰਦੇ ਹਨ, ਇਸ ਨੂੰ ਅਰਥ ਭਰਪੂਰ ਬਣਾ ਦਿੰਦੇ ਹਨ। ਜੇਕਰ ਜ਼ਿੰਦਗੀ ਵਿੱਚੋਂ ਗੀਤ ਮੰਨਫੀ ਕਰ ਦਈਏ ਤਾਂ ਇਹ ਅਰਥਹੀਨ ਹੋ ਜਾਂਦੀ ਹੈ। ਕਹਿੰਦੇ ਹਨ ਕਿ ਗੀਤਾਂ ਵਿੱਚੋਂ ਸਾਡਾ ਸੱਭਿਆਚਾਰ, ਸਾਡਾ ਸੁਭਾਅ, ਸਾਡੀ ਮੰਗ, ਸਾਡੀ ਚਾਹਤ ਅਤੇ ਸਾਡੀ ਖੁਸ਼ੀ ਝਲਕਦੀ ਹੈ। ਅਜਿਹੇ ਗੀਤਾਂ ਦਾ ਨਿੱਘ ਹੀ ਜ਼ਿੰਦਗੀ ਨੂੰ ਜਿਉਣ ਜੋਗਾ ਬਣਾ ਦਿੰਦਾ ਹੈ। ਜਿਵੇਂ ਪੁਰਾਣੇ ਗੀਤ ਸਨ, ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ। ਅਜਿਹੇ ਗੀਤਾਂ ਦੀ ਗੂੰਜ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਹੈ। ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਜੀ, ਉਹਨਾਂ ਦੀ ਸੁਰੀਲੀ ਆਵਾਜ਼ ਅੱਜ ਵੀ ਸਾਡੇ ਦਿਲ ਨੂੰ ਟੁੰਬਦੀ ਹੈ। नीक मेरी अख काशनी दूजा रात दे नींदरे ने मारिया, शीशे नू तरेड़ पै गई वाल बौंदी ने ध्यान जदों मारिया। नीक मेरी अख काशनी निमकता परीता नाल चरखा चन्नण दा, चरखा चन्नण दा विकदा वड्डे बाजार चरखा चन्नण दा, चरखा चन्नण दा दुए विच रेवाल मैं कहनिया कर छतरी दी छाम छावे पैनिया। ਅੱਜ ਅਸੀਂ ਉਹਨਾਂ ਦਾ 90ਵਾਂ ਜਨਮ ਵਰ੍ਹਾ ਮਨਾ ਰਹੇ ਹਾਂ ਤੇ ਇਸ ਖੁਸ਼ੀ ਨੂੰ ਸਾਂਝੀ ਕਰਨ ਲਈ ਅੱਜ ਮੈਂ ਉਹਨਾਂ ਦੀ ਫੁਲਵਾੜੀ ਦੇ ਵਿੱਚ ਆਇਆ ਹਾਂ। ਮੇਰੇ ਨਾਲ ਅੱਜ ਮੌਜੂਦ ਨੇ ਉਹਨਾਂ ਦੇ ਸੁਪੁੱਤਰੀ ਵਿਸ਼ਵ ਪ੍ਰਸਿੱਧ ਗਾਇਕ ਡੋਲੀ ਗਲੇਰੀਆ ਜੀ। ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ, ਤੂੰ ਕਰੇ ਨਾ ਆਕੜ ਵੇ ਮੈਂ ਸਹਿੰਦੀ ਨਾ। ਚਣਾ ਚਣਕ ਤੇਰੀ ਬੋਦੀ ਮੇਰੇ ਹੱਥ, ਮੇਰੀ ਗੁੱਤ ਤੇਰੇ ਹੱਥ, ਜੇ ਤੂੰ ਰੱਖਣਾ ਏ ਰੱਖ, ਜੇ ਤੂੰ ਕੱਢਣਾ ਏ ਕੱਢ। ਮਈਓ ਤੇਰੇ ਨਾਲ ਵਸੀਆਂ ਕੇ ਹੋਰ ਕੋਈ ਵਸੇ ਵੀ ਨਾ, ਮਈਓ ਤੇਰੇ ਨਾਲ ਕੱਟੀਆਂ ਕੇ ਹੋਰ ਕੋਈ ਕੱਟੇ ਵੀ ਨਾ। ਇਸ ਤਰ੍ਹਾਂ ਮੈਂ ਗੱਲ ਕੀਤੀ ਕਿ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦੇ ਲਈ, ਉਹਨਾਂ ਨੂੰ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਅੱਜ ਅਸੀਂ ਇੱਥੇ ਆਏ ਹਾਂ। ਤੇ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਕਿਸੇ ਉਹਨਾਂ ਦੇ ਗੀਤ ਨਾਲ ਉਹਨਾਂ ਦਾ ਕਹਿ ਸਕਦੇ ਹਾਂ ਕਿ ਸ਼ਰਧਾਂਜਲੀ ਦਈਏ ਉਹਨਾਂ ਨੂੰ। मैं शिव कुमार बटालवी दे कुछ सत्र पेश कर दी। माए नी माए मेरे गीतां दे नैना विच बिरहों दी रड़क पवे। अद्धी अद्धी राती उठ रोना मोए मित्रानो आए सानू नींद ना पवे। माए नी माए मेरे गीतां दे नैना विच बिरहों दी रड़क पवे। ਬੀਬੀ ਸੁਰਿੰਦਰ ਕੌਰ ਜੀ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ ਤਕਰੀਬਨ ਖਾਸ ਕਰਕੇ ਮੇਰੀ ਪੀੜ੍ਹੀ ਤੱਕ ਪਤਾ ਹੈ, ਪਰੰਤੂ ਹੋ ਸਕਦਾ ਕਿ ਅਗਲੇ ਨਵੇਂ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਨਾ ਪਤਾ ਹੋਵੇ। ਥੋੜ੍ਹਾ ਜਿਹਾ ਬਰੀਫ ਦੇ ਵਿੱਚ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਕਿਸ ਉਮਰ ਦੇ ਵਿੱਚ ਉਹ ਇਹ ਪੰਜਾਬੀ ਗੀਤ 'ਤੇ ਲੜ ਲੱਗੇ। ਮਾਂ ਤੇ ਬਹੁਤ ਛੋਟੀ ਸੀ ਜਦੋਂ ਜੀ। ਲਾਹੌਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। 13-14 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਰੇਡੀਓ ਤੋਂ ਗਾਣਾ ਸ਼ੁਰੂ ਕਰ ਦਿੱਤਾ ਸੀ ਔਰ ਲਾਹੌਰ ਦੇ ਬੜੇ ਵੱਡੇ ਵੱਡੇ ਉਸਤਾਦਾਂ ਕੋਲੋਂ ਸਿੱਖਿਆ ਗ੍ਰਹਿਣ ਕੀਤੀ ਸੀ। ਅਨਾਇਤ ਹੁਸੈਨ ਉੱਥੋਂ ਦੇ ਮਿਊਜ਼ਿਕ ਡਾਇਰੈਕਟਰ ਸਨ ਔਰ ਨਿਆਜ਼ ਹੁਸੈਨ ਸ਼ਾਮੀ, ਦੋਨੋਂ ਹੀ ਪਟਿਆਲਾ ਘਰਾਣਾ ਤੇ ਸ਼ਾਮ 84 ਘਰਾਣੇ ਦੇ ਗੁਰੂ ਸਨ। ਜੀ। ਉਹਨਾਂ ਕੋਲੋਂ ਤਾਲੀਮ ਲਈ ਔਰ ਫਿਰ ਬਕਾਇਦਾ ਇਸ ਫੀਲਡ ਦੇ ਵਿੱਚ ਆ ਗਈ ਔਰ ਫਿਰ ਇੱਕ ਵਾਰੀ ਜਦੋਂ ਰੇਡੀਓ ਤੇ ਗਾਈ ਤੇ ਸਾਰਿਆਂ ਨੂੰ ਉਹਦੀ ਆਵਾਜ਼ ਇੰਨੀ ਪਸੰਦ ਆਈ ਕਿ ਉਹ ਬੱਚਿਆਂ ਦੇ ਪ੍ਰੋਗਰਾਮ ਵਿੱਚ ਗਈ ਸੀ ਤੇ ਉਹਨੂੰ ਜਨਰਲ ਪ੍ਰੋਗਰਾਮ ਦੇ ਵਿੱਚ ਲੈ ਲਿਆ ਗਿਆ ਔਰ ਉਹ ਫਿਰ ਬਕਾਇਦਾ ਸਾਰੇ ਗੀਤ ਜਿੰਨੇ ਵੀ ਨਵੀਂ ਪੀੜ੍ਹੀ ਦੇ ਗੀਤ ਸਨ, ਲੋਕ ਗੀਤ ਸਨ, ਉਹ ਉਹਨੇ ਗਾਣੇ ਸ਼ੁਰੂ ਕਰ ਦਿੱਤੇ। ਜੀ, ਤੁਹਾਨੂੰ ਕੋਈ ਯਾਦ ਹੈ ਜਾਂ ਮਾਤਾ ਜੀ ਤੋਂ ਗੱਲ ਪਤਾ ਲੱਗਿਆ ਹੋਵੇ ਕਿ ਕਿਹੜੇ ਵਰੇ ਦੇ ਵਿੱਚ ਉਹ ਜਿਹੜੇ ਪ੍ਰਸਿੱਧੀ ਪੂਰੀ ਖੱਟ ਗਏ ਸੀ ਵਿਸ਼ਵ ਦੇ ਵਿੱਚ?
ਮਾਂ ਤੇ 1929 ਦੀ ਉਹਦੀ ਪੈਦਾਇਸ਼ ਹੈ ਤੇ ਜੀ। ਤੁਸੀਂ ਹਿਸਾਬ ਲਗਾ ਲਓ ਕਿ 1943 ਦੇ ਵਿੱਚ ਉਹ ਬਕਾਇਦਾ ਇੱਕ ਸਿੰਗਰ ਬਣ ਗਈ ਸੀ ਜੀ ਔਰ ਬਾਅਦ 13-14 ਸਾਲ ਦੀ ਸੀ। ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਵੀ ਆਣਾ ਸ਼ੁਰੂ ਹੋ ਗਿਆ। बहारे जां फिजा बुलबुल के नगमे चांदनी रातें हर एक शय आने वाली आ गई क्या सुना आओगे उम्मीदों पर उदासी छा गई क्या सुना आओगे हम दिल की धड़कन की लय पर फुर्सत के गाने गाते हैं जिनको हम भूल नहीं सकते हो हमको कब याद आते हैं। ਤੁਸੀਂ ਬਚਪਨ ਤੋਂ ਉਹ ਪੰਜਾਬੀ ਸੰਗੀਤ ਨਾਲ, ਪੰਜਾਬੀ ਵਿਰਸੇ ਨਾਲ, ਪੰਜਾਬੀ ਸੱਭਿਆਚਾਰ ਨਾਲ, ਉਹ ਰੀਤੀ ਰਿਵਾਜਾਂ ਨਾਲ, ਸਾਰੇ ਉਹ ਗੀਤਾਂ ਦੇ ਕਰਕੇ ਉਸ ਨਾਲ ਜੁੜੇ ਹੋਏ ਹੋ। ਕੀ ਤੁਸੀਂ ਸੋਚਦੇ ਹੋ ਕਿ ਜਿਹੜਾ ਗੀਤ ਹੈ ਇੱਕ ਮਨੁੱਖੀ ਮਨ ਦਾ ਇੱਕ ਹੁਲਾਰਾ ਹੁੰਦਾ ਹੈ? ਬਿਲਕੁਲ, ਕਿਉਂਕਿ ਮੈਂ ਆਪਣੀ ਮਾਂ ਨੂੰ ਲੋਕ ਗੀਤ ਬਹੁਤ ਗਾਉਂਦਿਆਂ ਸੁਣਿਆ ਜੀ। ਸ਼ੁਰੂਆਤ ਉਹਨਾਂ ਦੇ ਕੈਰੀਅਰ ਦੀ ਲੋਕ ਗੀਤਾਂ ਤੋਂ ਹੀ ਹੋਈ ਸੀ। ਉਸ ਤੋਂ ਬਾਅਦ ਫਿਰ ਵੱਡੇ ਰਾਈਟਰਸ ਦੇ ਗੀਤ ਗਾਣੇ ਸ਼ੁਰੂ ਕੀਤੇ, ਸਾਹਿਤਿਕ ਸ਼ੁਰੂ ਕੀਤਾ ਕੰਮ ਪ੍ਰੋਫੈਸਰ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਡਾਕਟਰ ਹਰਭਜਨ ਸਿੰਘ, ਇਹਨਾਂ ਦੀ ਹੈਵੀ ਪੋਇਟਰੀ ਜਿਹੜੀ ਸਾਹਿਤਿਕ ਕਹੀ ਜਾਂਦੀ ਉਹ ਬਾਅਦ ਵਿੱਚ ਆਈ। ਪਰ ਜਿਹੜੇ ਪਹਿਲਾਂ ਗੀਤ ਲੋਕ ਗੀਤ ਗਾਏ ਸਨ ਉਹ ਘਰਾਂ ਦੇ ਵਿੱਚ ਗਾਏ ਜਾਣ ਵਾਲੇ ਜੀ। ਔਰ ਇੱਕ ਐਸੀ ਪ੍ਰਥਾ ਚੱਲੀ ਲੋਕ ਗੀਤਾਂ ਦੀ ਜਿਹੜੀ ਕਿ ਅੱਜ ਤੱਕ ਕਾਇਮ ਹੈ। ਬਿਲਕੁਲ। ਕੋਈ ਇਸ ਤਰ੍ਹਾਂ ਦਾ ਕੋਈ ਗੀਤ ਹਾਂਜੀ। ਜ਼ਰੂਰ ਸੁਣਨਾ ਚਾਹਾਂਗਾ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਤੇਰਿਆਂ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਖੇਡਾਂ ਕੌਣ ਖੇਡੇ ਮੇਰੀਆਂ ਖੇਡਣ ਪੋਤਰੀਆਂ ਧੀਏ ਕਰ ਜਾਪਣ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ। ਬਹੁਤ ਸਾਰੇ ਗੀਤ ਹੈ ਜਿਹੜੇ ਅਰਥਹੀਨ ਹੁੰਦੇ ਆ। ਕੀ ਤੁਸੀਂ ਸੋਚਦੇ ਹੋ ਕਿ ਜਿਹੜੇ ਪੁਰਾਣੇ ਗੀਤ ਸੀ ਉਹ ਇੱਕ ਰਿਸ਼ਤਿਆਂ ਦਾ ਮਿਲਾਪ ਦਰਸਾਉਂਦੇ ਸੀ? ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਅਸੀਂ ਇਹਨਾਂ ਗੀਤਾਂ ਨੂੰ ਮੁੜ ਮੁੜ ਕੇ ਗਾ ਗਾ ਕੇ ਹੁਣ ਮਾਮਾ ਨੂੰ ਗਿਆ ਹੀ ਇੰਨੇ ਸਾਲ ਹੋ ਗਏ ਨੇ ਜੀ। ਔਰ 70 ਸਾਲ ਉਹਦੇ ਗੀਤ ਸਾਡੇ ਹਿੰਦੁਸਤਾਨ ਕੀ ਸਾਰੀ ਦੁਨੀਆ ਦੇ ਵਿੱਚ ਚੱਲਦੇ ਰਹੇ ਨੇ। ਉਹਨਾਂ ਗੀਤਾਂ ਦੇ ਵਿੱਚ ਇੱਕ ਜਿਹੜੀ ਸਾਰੇ ਲੋਕਾਂ ਦੀ ਸ਼ਮੂਲੀਅਤ ਹੋ ਜਾਂਦੀ ਸੀ, ਇੱਕ ਸਾਂਝ ਪੈ ਜਾਂਦੀ ਸੀ, ਇੱਕ ਪਰਿਵਾਰਿਕ ਸਾਂਝ ਪੈ ਜਾਂਦੀ ਸੀ। ਤੁਹਾਡੀ ਤੇ ਬੀਬੀ ਸੁਰਿੰਦਰ ਕੌਰ ਜੀ ਦੀ ਮਾਵਾਂ ਧੀਆਂ ਦੀ ਦੋਸਤੀ ਕਿਵੇਂ ਸੀ? ਮੇਰੀ ਮਾਂ ਮੇਰੀ ਬੈਸਟ ਫਰੈਂਡ ਸੀ ਜੀ। ਮੇਰੀ ਸਹੇਲੀ ਵੀ ਸੀ, ਅਸੀਂ ਲੜਦੀਆਂ ਵੀ ਸੀ, ਅਸੀਂ ਆਪਸ ਦੇ ਵਿੱਚ ਬਹੁਤ ਕੁਝ ਸਾਂਝਾ ਕਰਦੀਆਂ ਸੀ। ਜਦੋਂ ਮੈਂ ਪ੍ਰੋਫੈਸ਼ਨ ਦੇ ਵਿੱਚ ਬਾਅਦ ਵਿੱਚ ਆਈ, ਪਹਿਲਾਂ ਤੇ ਮੈਂ ਪੜ੍ਹਾਈ ਦੇ ਵਿੱਚ ਲੱਗੀ ਸੀ, ਫਿਰ ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਮੈਂ ਪ੍ਰੋਫੈਸ਼ਨ ਵਿੱਚ ਆਈ ਤੇ ਜਦੋਂ ਮਾਂ ਦੇ ਨਾਲ ਸ਼ੋਜ਼ ਤੇ ਜਾਣਾ ਸ਼ੁਰੂ ਕੀਤਾ ਤੇ ਇੱਕ ਸਾਡੀ ਇੱਕ ਇਸ ਤਰ੍ਹਾਂ ਦੀ ਦੋਸਤੀ ਬਣ ਗਈ ਕਿ ਮਾਂ ਆਪਣੇ ਦਿਲ ਦੀਆਂ ਗੱਲਾਂ, ਆਪਣੇ ਗੀਤਾਂ ਦੀਆਂ ਕਹਾਣੀਆਂ ਮੈਨੂੰ ਸੁਣਾਉਂਦੀ ਸੀ। ਮਾਵਾ ਤੇ ਧੀਆਂ ਦੀ ਦੋਸਤੀ ਨਿਮਾਏ ਕੋਈ ਟੁੱਟਦੀ ਏ ਕਹਿਰਾਂ ਦੇ ਨਾਲ ਨੀ ਕਣਕਾਂ ਨਿਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ। ਮੈਂ ਇਹ ਵੀ ਸੁਣਿਆ ਕਿ ਕਈ ਵਾਰੀ ਹੁੰਦਾ ਸੀ ਕਿ ਸੇਮ ਗੀਤ ਹਾਂਜੀ। ਦੋਵਾਂ ਦਾ ਸੇਮ ਤਿਆਰੀ ਹੁੰਦੀ ਸੀ, ਤੁਹਾਡਾ ਆਪਸ ਦੇ ਵਿੱਚ ਵੀ ਕੰਪੀਟੀਸ਼ਨ ਹੋ ਜਾਂਦਾ ਸੀ। ਉਹ ਸਾਡੇ ਗੁਰੂ ਜੀ ਖਾਨ ਸਾਹਿਬ ਅਬਦੁਲ ਰਹਿਮਾਨ ਕਾ ਸਾਡੇ ਉਸਤਾਦ ਸਨ। ਉਹ ਕਈ ਵਾਰੀ ਇਸ ਤਰ੍ਹਾਂ ਕਰਦੇ ਸਨ, ਇੱਕੋ ਗੀਤ ਦੀ ਧੁਨ ਵੱਖਰੀ ਵੱਖਰੀ ਧੁਨ, ਗੀਤ ਇੱਕੋ ਤੇ ਜੀ। ਧੁਨਾਂ ਦੋ ਬਣਾ ਕੇ ਤੇ ਸਾਡਾ ਆਪਸ ਦੇ ਵਿੱਚ ਕੰਪੀਟੀਸ਼ਨ ਕਰਾ ਦਿੰਦੇ ਸਨ ਜੀ। ਔਰ ਫਿਰ ਕਹਿਣਾ ਦੇਖਦੇ ਹਾਂ ਕਿ ਕੌਣ ਜ਼ਿਆਦਾ ਚੰਗਾ ਗਾਉਂਦਾ ਜੀ। ਹੈ। ਸੋ ਮਾਮਾ ਕਈ ਵਾਰੀ ਕਹਿੰਦੀ ਸੀ ਇਹ ਸਾਨੂੰ ਆਪਸ ਵਿੱਚ ਲੜਾਉਂਦੇ ਨੇ, ਪਰ ਅਸੀਂ ਮਾਵਾਂ ਧੀਆਂ ਲੜਨਾ ਥੋੜੀ। ਸ਼ਾਵਾ ਕੁੰਡ ਚੁੱਕ ਕੇ ਓਏ ਹੋਏ ਕੁੰਡ ਚੁੱਕ ਕੇ ਜਾਂ ਕਿਕਲੀ ਮੈਂ ਪਾਈ ਰਾਤ ਨੂੰ ਵੇ ਅੱਗ ਪਾਣੀਆਂ ਚਾਹਾਣੀਆਂ ਮੈਂ ਲਾਈ ਰਾਤ ਨੂੰ ਵੇ ਅੱਗ ਪਾਣੀਆਂ ਚ ਮਰ ਗਏ ਪਾਣੀਆਂ ਚਾਹਾਣੀਆਂ ਮੈਂ ਲਾਈ
ਜੀ ਪੰਜਾਬ ਦੀ ਕੋਇਲ ਹੈ ਜਿਹੜਾ, ਪੰਜਾਬ ਦੀ ਕੋਇਲ ਦਾ ਟਾਈਟਲ ਉਹਨਾਂ ਨੂੰ ਕਦੋਂ ਮਿਲਿਆ? ਪੰਜਾਬ ਦੀ ਕੋਇਲ ਅਸਲ ਵਿੱਚ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਜੀ ਮਾਂ ਨੂੰ 1960 ਜਦੋਂ ਚੰਡੀਗੜ੍ਹ ਬਣਿਆ ਸੀ ਔਰ ਉਹ ਇੱਥੋਂ ਦੇ ਪੰਜਾਬ ਦੇ ਸੀਐਮ ਬਣੇ ਸਨ, ਉਹਨਾਂ ਨੇ ਮਾਂ ਨੂੰ ਪੰਜਾਬ ਦਾ ਇੱਕ ਰਿਪਰੈਜ਼ੈਂਟੇਟਿਵ ਬਣਾ ਕੇ ਹਮੇਸ਼ਾ ਗੱਲਬਾਤ ਕਰਨੀ, ਡੈਲੀਗੇਸ਼ਨਸ ਤੇ ਜਾਣਾ। ਈਵਨ ਫॉर दैट ਮੈਟਰ ਪੰਡਿਤ ਜਵਾਹਰ ਲਾਲ ਨਹਿਰੂ ਮਾਮਾ ਨੂੰ ਬਾਹਰ ਵਿਦੇਸ਼ਾਂ ਵਿੱਚ ਡੈਲੀਗੇਸ਼ਨਸ ਤੇ ਭੇਜਦੇ ਸਨ। ਸਾਰਿਆਂ ਨੂੰ ਪਤਾ ਸੀ ਬਿਲਕੁਲ। ਕਿ ਪੰਜਾਬੀ ਲੋਕ ਗੀਤ ਜਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਹੈ ਗੀਤਾਂ ਦੇ ਰਾਹੀਂ, ਤੇ ਉਹ ਸੁਰਿੰਦਰ ਕੌਰ। ਸੂਏ ਵਿੱਚ ਰੇ ਵਾਲਿਆ ਮੈਂ ਕਮੀਆਂ, ਸੂਏ ਵਿੱਚ ਰੇ ਵਾਲਿਆ ਮੈਂ ਕਮੀਆਂ, ਕਰ ਛਤਰੀ ਦੀ ਛਾਂ ਛਾਵੇਂ ਪੈਨੀਆਂ। ਮੈਂ ਉਹਦੀ ਧੀ ਹਾਂ, ਪਰ ਮੈਨੂੰ ਪਤਾ ਹੈ ਕਿ ਮਾਂ ਵਰਗੀ ਆਵਾਜ਼ ਦੁਬਾਰਾ ਪੰਜਾਬ ਦੇ ਵਿੱਚ ਨਹੀਂ ਆਈ। ਸੋ ਉਹ ਸੱਚੀ ਮੁੱਚੀ ਇੱਕ ਕੋਇਲ ਦੀ ਆਵਾਜ਼ ਸੀ। ਖੜ ਜਾਂਦੇ ਰਾਹੀ, ਖੜ ਜਾਂਦੇ ਰਾਹੀ, ਖੜ ਜਾਂਦੇ ਰਾਹੀ, ਖੜ ਜਾਂਦੇ ਰਾਹੀ ਮੇਰੀ ਸੁਣ ਕੇ ਆਵਾਜ਼ ਵੇ, ਸੋਨੇ ਤੇ ਸੁਹਾਗਾ ਪੈਰੀ ਜਾਂਦਰਾਂ ਦਾ ਸਾਜ਼ ਵੇ, ਸੋਨੇ ਤੇ ਸੁਹਾਗਾ ਪੈਰੀ ਜਾਂਦਰਾਂ ਦਾ ਸਾਜ਼ ਵੇ। ਉਹ ਗੁੱਤ ਸਪਣੀ ਦੀ ਬਣ ਗਈ ਦੁਹਾਈ, ਰਾਤ ਨੂੰ ਇਹ ਅੱਗ ਪਾਣੀਆਂ ਜਹਾਨੀਆਂ ਮੈਂ ਲਾਈ ਰਾਤ ਨੂੰ। ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਮਾਂ ਨੂੰ ਇਹ ਖਿਤਾਬ ਦਿੱਤਾ ਸੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਇੱਕ ਤਰ੍ਹਾਂ ਦਾ ਬ੍ਰਾਂਡ ਐਂਬੈਸਡਰ ਬਣਾਇਆ ਸੀ ਹਾਂਜੀ, ਸੱਭਿਆਚਾਰ ਦੇ ਵਿੱਚ ਨਵੀਂ ਪੀੜ੍ਹੀ ਨੂੰ ਇੱਕ ਸੁਨੇਹਾ ਦੇਣ ਦੇ ਲਈ। ਮੈਂ ਸੋਚਦਾ ਕਿ ਗੀਤ ਬਹੁਤ ਵੱਡਾ ਇੱਕ ਜ਼ਰੀਆ ਹੈ। ਬਿਲਕੁਲ। ਕੀ ਤੁਸੀਂ ਸੋਚਦੇ ਹੋ ਕਿ ਅੱਜ ਵੀ ਉਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ, ਉਸ ਤਰ੍ਹਾਂ ਦੇ ਗਾਇਕ ਗਾਇਕਾਵਾਂ ਦੀ ਅੱਗੇ ਆਉਣ ਦੀ ਲੋੜ ਹੈ, ਜਿਹਦੇ ਨਾਲ ਖਾਸ ਕਰਕੇ ਅਸੀਂ ਸੱਭਿਆਚਾਰ ਨੂੰ, ਪੁਰਾਣੇ ਰੀਤੀ ਰਿਵਾਜਾਂ ਨੂੰ, ਉਹਨਾਂ ਨੂੰ ਬਚਾਉਣ ਦੇ ਲਈ ਅਸੀਂ ਨਵੀਂ ਪੀੜ੍ਹੀ ਨੂੰ ਸੇਧ ਦੇ ਸਕਦੇ ਹਾਂ? ਬਿਲਕੁਲ ਬਿਲਕੁਲ, ਇਹ ਤੇ ਬਹੁਤ ਜ਼ਰੂਰੀ ਹੈ। ਤੇ ਮੈਂ ਸਮਝਦੀ ਹਾਂ ਸਰਕਾਰਾਂ ਨੂੰ ਇਹ ਇੱਕ ਠੋਸ ਕਦਮ ਉਠਾਉਣਾ ਚਾਹੀਦਾ ਹੈ ਕਿ ਗੀਤ ਉਹੋ ਹੀ ਦੁਨੀਆ ਦੇ ਅੱਗੇ ਪੇਸ਼ ਹੋਣੇ ਚਾਹੀਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਹੈ। ਵੇਖ ਮੇਰਾ ਕਿੱਦਾਂ ਲੋਕੀ ਹੋਏ ਮਖਮੂਰ ਵੇ, ਜੱਟਾਂ ਦੀਆਂ ਟਾਹਣੀਆਂ ਨੂੰ ਆ ਗਿਆ ਸਰੂਰ ਵੇ, ਜੱਟਾਂ ਦੀਆਂ ਟਾਹਣੀਆਂ ਨੂੰ ਆ ਗਿਆ ਸਰੂਰ ਵੇ। ਜਦੋਂ ਥੋੜੀ ਜਿਹੀ ਨੈਣਾ ਚੋਪੇ ਲਾਈ, ਰਾਤ ਨੂੰ ਇਹ ਅੱਗ ਪਾਣੀਆਂ ਜਹਾਨੀਆਂ ਮੈਂ ਲਾਈ ਰਾਤ ਨੂੰ। ਮੇਰੇ ਉਸਤਾਦ ਜੀ ਕਹਿੰਦੇ ਸਨ, ਸੰਗੀਤ ਕਰਨ ਰਸ ਹੈ, ਜਿਹੜਾ ਕੰਨਾਂ ਦੇ ਵਿੱਚ ਸੁਰ ਪੈਦਾ ਹੁੰਦਾ ਹੈ ਉਹ ਤੁਹਾਡੇ ਦਿਲ ਤੇ ਅਸਰ ਕਰਦਾ ਹੈ, ਤੇ ਉਹ ਇੱਕ ਵਾਰੀ ਦਿਲ ਤੇ ਅਸਰ ਕਰਦੀ ਹੈ ਜਿਹੜੀ ਚੀਜ਼ ਉਹ ਮੁੜ ਕਦੀ ਭੁੱਲਦੀ ਨਹੀਂ। ਬਿਲਕੁਲ। ਸੋ ਇੱਕ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਸੰਗੀਤ ਦੇ ਰਾਹੀਂ ਕਿ ਉਹ ਦਿਲ ਤੇ ਅਸਰ ਕਰੇ। ਬਿਲਕੁਲ। ਸੋ ਉਹਨਾਂ ਗੀਤਾਂ ਨੂੰ ਗਾਉਣ ਵਾਲੇ ਉੱਠ ਕੇ ਆਉਣ। ਇਹ ਨਹੀਂ ਕਿ ਲੋਕ ਗੀਤ ਮੁੱਕ ਗਏ ਨੇ, ਲੋਕ ਗੀਤਾਂ ਦਾ ਕੋਈ ਅੰਤ ਹੀ ਨਹੀਂ, ਕਿਤਾਬਾਂ ਭਰੀਆਂ ਪਈਆਂ ਨੇ, ਹਜ਼ਾਰਾਂ ਕਰੋੜਾਂ ਲੋਕ ਗੀਤ ਹੈਗੇ ਨੇ। ਗਾਓ ਤੇ ਆਪਣੇ ਵਿਰਸੇ ਦੇ ਨਾਲ ਜੁੜੋ, ਆਪਣੇ ਹੈਰੀਟੇਜ ਨੂੰ ਪਛਾਣੋ, ਆਪਣੇ origin ਨੂੰ ਪਛਾਣੋ। ਉਹ ਭੁੱਲ ਹੀ ਬੈਠੇ ਨੇ, ਪਰ ਸਾਨੂੰ ਆਪਣਾ ਵਿਰਸਾ ਭੁੱਲਣਾ ਨਹੀਂ ਚਾਹੀਦਾ। ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਵੇ, ਦਿਲ ਸੋਲਣਾ, ਦਿਲ ਸੋਲਣਾ ਗੁੱਸੇ ਵਿੱਚ ਬੋਲੀ, ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲਣਾ ਗੁੱਸੇ ਵਿੱਚ ਬੋਲੀ। ਤੁਹਾਡੇ ਦਿਲ ਦੇ ਵਿੱਚ ਕੋਈ ਚਾਹਤ ਹੈ ਕਿ ਮੈਨੂੰ ਅੱਗੋਂ ਇਸ ਸੱਭਿਅਤਾ ਨੂੰ, ਪੰਜਾਬੀ ਵਿਰਸੇ ਨੂੰ ਬਚਾ ਕੇ ਰੱਖਣ ਲਈ ਕੋਈ ਖਾਸ ਉਪਰਾਲਾ ਕਰਨਾ ਚਾਹੀਦਾ ਜਾਂ ਸਰਕਾਰ ਤੋਂ ਨੂੰ ਸਹਾਇਤਾ ਦੇਣੀ ਚਾਹੀਦੀ ਹੈ? ਮੇਰਾ ਦਿਲ ਕਰਦਾ ਹੈ ਇੱਕ ਇਹੋ ਜਿਹੀ ਅਕੈਡਮੀ ਸਰਕਾਰ ਬਣਾਏ। ਸੁਰਿੰਦਰ ਕੌਰ ਦਾ ਨਾਂ ਤੇ ਕਦੀ ਖਤਮ ਨਹੀਂ ਹੋ ਸਕਦਾ। ਇੱਕ ਨਾਈਟਿੰਗੇਲ ਦੇ ਨਾਂ ਦੇ ਉੱਤੇ ਇੱਕ ਅਕੈਡਮੀ ਚੱਲੇ, ਇੱਕ ਇੰਸਟੀਟਿਊਸ਼ਨ ਚੱਲੇ, ਜਿਹਦੇ ਵਿੱਚ ਪੰਜਾਬੀ ਲੋਕ ਵਿਰਸੇ ਦੀ ਗੱਲਬਾਤ ਹੋਏ, ਲੋਕ ਗੀਤਾਂ ਦੀ ਗੱਲ ਹੋਏ, ਔਰ ਮੈਲੋਡੀ ਹੋਏ, ਸੁਰ ਸੰਗੀਤ ਹੋਏ। ਰੌਲਾ ਗੌਲਾ ਨਹੀਂ ਚਾਹੀਦਾ। ਰੌਲੇ ਦਾ ਕੀ ਹੈ, ਇੱਕ ਢੋਲ ਵਜਾਓ ਤੇ ਰੌਲਾ ਪੈ ਜਾਂਦਾ ਹੈ। ਔਰ ਸਾਡੇ ਪੰਜਾਬੀਆਂ ਦੀ ਪ੍ਰੋਬਲਮ ਹੈ ਕਿ ਜਿੱਥੇ ਢੋਲ ਵੱਜੇ ਅਸੀਂ ਉੱਥੇ ਨੱਚਣਾ ਸ਼ੁਰੂ ਕਰ ਦਿੰਦੇ ਹਾਂ, ਬਟ ਢੋਲ ਦੇ ਨਾਲ ਕੁਝ ਸੁਰ ਵੀ ਹੋਣਾ ਚਾਹੀਦਾ। ਫੁੱਲਾਂ ਵਰਗੀ ਮਹਿਕ ਜਈ ਕੀ ਬੀਹੀ ਵਿੱਚੋਂ ਆਵੇ, ਰਾਤ ਵਾਲਾ ਰੱਬ ਕਰਕੇ ਨੀ ਸੁਪਨਾ ਸੱਚਾ ਹੋ ਜਾਵੇ। ਚੁੱਲ੍ਹੇ ਮੋਰੇ ਬੈਠੀ ਜਾਨੀ ਮੇਰਾ, ਚੁੱਲ੍ਹੇ ਮੋਰੇ ਬੈਠੀ ਜਾਨੀ ਮੇਰਾ, ਅੰਗ ਅੰਗ ਨਸ਼ਿਆਇਆ ਨੀ ਉੱਠ ਵੇਖ ਨਾਨੇ,
ਸੁਰਿੰਦਰ ਕੌਰ ਜੀ ਦੀਆਂ ਜਿਹੜੀਆਂ ਭੈਣਾਂ ਸੀ ਉਹਨਾਂ ਦੇ ਮੇਰੇ ਖਿਆਲ ਕਈ ਗੀਤ ਆ ਜਿਹੜੇ ਇਕੱਠੇ ਜਿਹੜੇ ਗਾਏ ਉਹ ਵੀ ਬੜੇ ਮਸ਼ਹੂਰ ਹੋਏ। ਹਾਂਜੀ, ਛੋਟੀ ਮਾਸੀ ਮੇਰੀ ਨਰਿੰਦਰ ਕੌਰ ਬੜੀ ਸ਼ਰਾਰਤੀ ਹੁੰਦੀ ਸੀ। ਕਾਲਾ ਪਰਾਂਦਾ ਨਾਲ ਮੇਰੀਆਂ ਵੀ ਕਾਲੀਆਂ ਅੰਬਰੀ ਕਟਾਵਾ ਕਾਲੀਆਂ ਅੰਬਰੀ ਕਟਾਵਾ ਕਾਲੀਆਂ ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ ਕੰਨਾਂ ਵਿੱਚ ਪਈਆਂ ਹੋਈਆਂ ਵਾਲੀਆਂ ਕੰਨਾਂ ਵਿੱਚ ਪਈਆਂ ਹੋਈਆਂ ਵਾਲੀਆਂ ਨੀ ਮੈਂ ਕੁਝ ਚੱਕਦੀ ਫਿਰਾਂ ਤੇ ਬੱਬਾ ਮਾਰ ਨੱਚਦੀ ਫਿਰਾਂ ਨੀ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ ਨੀ ਮੈਂ ਚੁੰਮ ਰੱਖਦੀ ਫਿਰਾਂ ਤੇ ਬੱਬਾ ਮਾਰ ਨੱਚਦੀ ਫਿਰਾਂ। ਢੋਲਕ ਦੇ ਉੱਤੇ ਚਮਚਾ ਵਜਾਈਦਾ ਸੀ ਜੀ। ਬਸ ਢੋਲਕ ਹੈ ਤੇ ਚਮਚਾ ਹੈ ਤੇ ਬਾਕੀ ਸਾਰੀਆਂ ਰਲ ਕੇ ਗਾ ਰਹੀਆਂ ਨੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਢੋਲਕ ਦੀ ਚਮਚ ਦੀ ਜੀ। ਉਹਦੀ ਆਵਾਜ਼ ਦਾ ਮਜ਼ਾ ਹੀ ਵੱਖਰਾ ਸੀ। ਤੁਸੀਂ ਨਹੀਂ ਸੋਚਦੇ ਕਿ ਅੱਜ ਜਿਹੜੇ ਉਹ ਪੁਰਾਤਨ ਜਿਹੜੇ ਸਾਜ਼ ਹੈ ਉਹ ਮੇਰੇ ਖਿਆਲ ਬਿਲਕੁਲ ਹੀ ਅਲੋਪ ਹੋ ਗਏ। ਮੇਰੀ ਮਾਂ ਸਾਰੀ ਦੁਨੀਆ ਘੁੰਮਾਈ, ਪਤਾ ਨਹੀਂ ਕਿੰਨੇ ਚੱਕਰ ਉਹਨੇ ਦੁਨੀਆ ਦੇ ਲਾ ਲਏ, ਇੱਕ ਢੋਲਕ ਵਾਲਾ, ਜੀ ਇੱਕ ਮੈਂਡੋਲਿਨ ਵਾਲਾ ਤੇ ਇੱਕ ਹਾਰਮੋਨੀਅਮ। ਉਹ ਹਾਰਮੋਨੀਅਮ ਵੀ ਆਸਾ ਸਿੰਘ ਮਸਤਾਨਾ ਅੰਕਲ ਵਜਾਉਂਦੇ ਸਨ। ਜੀ। ਸੋ ਇਹ ਚਾਰ ਜਣੇ ਸਾਰੀ ਦੁਨੀਆ ਘੁੰਮਾਏ। ਪੰਜਾਬੀ ਗੀਤ, ਲੋਕ ਗੀਤ ਗਾਉਣ ਵਾਸਤੇ ਇੱਕ ਸਿਰਫ ਥਾਪ ਚਾਹੀਦੀ ਹੁੰਦੀ ਹੈ। ਸੁਰ ਤੁਹਾਡਾ ਆਪਣਾ ਹੈ, ਥਾਪ ਤੁਹਾਨੂੰ ਮਿਲਦੀ ਪਈ ਹੈ, ਜੋ ਮਰਜ਼ੀ ਗਾਈ ਜਾਓ। ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗੋਰੀ ਦੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗੋਰੀ ਦੀਆਂ ਅਥਰੀ ਜਵਾਨੀ ਗੱਲਾਂ ਫੇਰ ਦੱਸਦੀ ਮਾਈ ਗੁੱਸੇ ਹੋ ਗਿਆ ਨਾ ਗੱਲ ਵਸਦੀ ਰਾਜਾਂ ਦੇ ਰਾਈਆਂ ਨੂੰ ਸੁਣਾਉਂਦੀਆਂ ਗਈਆਂ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗੋਰੀ ਦੀਆਂ। ਹੁਣ ਇਹਦੇ ਵਿੱਚ ਤੁਹਾਨੂੰ ਹਾਰਮੋਨੀਅਮ ਤੇ ਸਾਜ਼ ਤੇ ਕੀਬੋਰਡ ਇਹਦੀ ਲੋੜ ਕੀ ਹੈ? ਬਿਲਕੁਲ ਤੁਹਾਨੂੰ ਇੱਕ ਨਿਰੀ ਢੋਲਕ ਮਿਲ ਜਾਏ ਕਾਫੀ ਹੈ। ਜਿਸ ਤਰ੍ਹਾਂ ਮੈਂ ਜਾਣਦਾ ਕਿ ਤੁਹਾਡੇ ਜਿਹੜੇ ਹਸਬੈਂਡ ਸੀ ਹਾਂਜੀ। ਕਰਨਲ ਸੀ ਆਰਮੀ 'ਚ, ਸ਼ਰਨਜੀਤ ਸਿੰਘ ਜੀ ਗੁਲੇਰੀਆ, ਹਾਂਜੀ। ਤੇ ਉਹ ਬੜਾ ਇੱਕ ਡਿਫਰੈਂਟ ਫੀਲਡ ਸੀ, ਤੁਹਾਡਾ ਬਿਲਕੁਲ ਡਿਫਰੈਂਟ ਫੀਲਡ ਸੀ। ਤਾਲਮੇਲ ਕਿਸ ਤਰ੍ਹਾਂ ਬਣਦਾ ਰਿਹਾ? ਫੌਜੀਆਂ ਦੇ ਨਾਲ ਤਾਲਮੇਲ ਤੇ ਮੈਨੂੰ ਲੱਗਦਾ ਇੱਕ ਰੂਹਾਨੀ ਜੀ ਗੱਲ ਹੋਣੀ ਹੈ ਜੀ। ਮੈਨੂੰ ਫੌਜ ਦੀ ਯੂਨੀਫਾਰਮ ਬੜੀ ਚੰਗੀ ਲੱਗਦੀ ਹੁੰਦੀ ਸੀ। ਸੋ ਕੋਈ ਵੀ ਫੌਜੀ ਨੂੰ ਜੇ ਦੇਖਣਾ ਤੇ ਮੇਰੇ ਦਿਲ ਦੇ ਵਿੱਚ ਸ਼ਾਇਦ ਇੱਕ ਕੋਈ ਮੁਹੱਬਤ ਉਮੜਦੀ ਹੋਣੀ ਹੈ ਐਜ਼ ਅ ਯੰਗ ਗਰਲ ਕਿ ਇਹ ਬੰਦਾ ਬੜਾ ਸਮਾਰਟ ਲੱਗਦਾ। ਸੋ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਫੌਜੀ ਬੰਦਾ ਆ ਜਾਏਗਾ। ਔਰ 1965 ਦੀ ਵਾਰ ਹੋ ਕੇ ਹਟੀ ਸੀ ਔਰ ਮਾਂ ਨੇ ਇੱਕ ਗੀਤ ਗਾਇਆ ਸੀ ਰੇਡੀਓ ਤੇ ਜਿਹੜਾ ਮੈਨੂੰ ਬਹੁਤ ਚੰਗਾ ਲੱਗਦਾ ਸੀ। ਵਤਨ ਦੇ ਸਿਪਾਹੀਆ ਮੇਰੇ ਮਨ ਦੀ ਮਾਇਆ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸਾ ਸੰਭਾਲਣ ਦੇ ਲਈ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲੀ ਤੇ ਗੱਲ ਮੈਂ ਸਮਝਦੀ ਹਾਂ ਕਿ ਵਿਰਸਾ ਸੰਭਾਲਣਾ ਕੋਈ ਬਾਹਰੋਂ ਨਹੀਂ ਆਉਂਦਾ ਜੀ। ਇਹ ਕੋਈ ਬਾਹਰੋਂ ਆ ਕੇ ਤੁਹਾਨੂੰ ਤਾਕੀਦ ਕਰੇ, ਕੋਈ ਟੀਚਰ ਆ ਕੇ ਦੱਸੇ, ਇਹਦੀ ਲੋੜ ਨਹੀਂ ਹੈ। ਵਿਰਸਾ ਦੀ ਗੱਲ ਆਪਣੇ ਘਰੋਂ ਚੱਲਣੀ ਚਾਹੀਦੀ ਹੈ। ਆਪਣੇ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਬਾਰੇ, ਆਪਣੀ ਮਾਂ ਬੋਲੀ ਦੇ ਬਾਰੇ, ਆਪਣੇ ਲੋਕ ਗੀਤਾਂ ਦੇ ਬਾਰੇ, ਆਪਣੇ ਰਹਿਣ ਸਹਿਣ, ਆਪਣੇ ਰਹਿਣਾ ਖਾਣਾ ਪੀਣਾ ਸਾਰਾ ਕੁਝ ਜਿਹੜਾ ਉਹ ਬੱਚੇ ਆਪਣੇ ਮਾਂ-ਪਿਓ ਦੇ ਘਰੋਂ ਸਿੱਖਦੇ ਨੇ। ਸੋ ਜੇ ਮਾਂ-ਪਿਓ ਆਪਣੀ ਤਾਲੀਮ ਚੰਗੀ ਦੇਣਗੇ ਤਾਂ ਬੱਚਿਆਂ ਦੇ ਵਿੱਚ ਆਪੇ ਇਨਕਲਕੇਟ ਹੋਏਗੀ ਇਹ ਹੈਬਿਟ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਤੁਹਾਡੀ ਬੇਟੀ ਬਾਰੇ, ਜਿਸ ਤਰ੍ਹਾਂ ਤੁਹਾਨੂੰ ਆਪਣੀ ਮਦਰ ਤੋਂ ਸਪੋਰਟ ਮਿਲੀ ਉਵੇਂ ਹੀ ਅੱਗੋਂ ਸਪੋਰਟ ਉਹਨਾਂ ਨੂੰ ਮਿਲੀ, ਉਵੇਂ ਹੀ ਅੱਗੋਂ ਰੀਆ ਨੂੰ ਮਿਲੀ। ਹਾਂਜੀ। ਮੈਨੂੰ ਲੱਗਦਾ ਕਿ ਮੈਂ ਆਪਣੇ ਆਪ ਨੂੰ ਬਲੈਸਡ ਸਮਝਦੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਅੱਗੋਂ ਉਹ ਆਪਣੇ ਬੱਚਿਆਂ ਨੂੰ ਵੀ ਉਸ ਤਰ੍ਹਾਂ ਹੀ ਤਾਲੀਮ ਦੇ ਰਹੀ ਹੈ। ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੋੜੀਆਂ ਨੀ ਕਣਕਾਂ ਲੰਮੀਆਂ ਤੀਆਂ ਕਿਉਂ ਜੰਮੀਆਂ ਨੀ ਮਾਏ। ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ ਕੋਈ ਟੁੱਟਦੀ ਏ ਕਹਿਰਾਂ ਦੇ ਨਾਲ ਕਣਕਾਂ ਵਿਸਰੀਆਂ ਤੀਆਂ ਕਿਉਂ ਵਿਸਰੀਆਂ ਮਾਏ। ਮੇਰੇ ਨਾਲ ਡੋਲੀ ਗੁਲੇਰੀਆ ਜੀ ਦੇ ਪਤੀ ਤੇ ਕਹਿ ਸਕਦੇ ਹਾਂ ਕਿ ਬੀਬੀ ਸੁਰਿੰਦਰ ਕੌਰ ਜੀ ਦੇ ਜਵਾਈ ਰਿਟਾਇਰਡ ਕਰਨਲ
ਸ਼ਰਨਜੀਤ ਸਿੰਘ ਜੀ ਗੁਲੇਰੀਆ ਵੀ ਹਾਜ਼ਰ ਨੇ, ਤੁਹਾਡਾ ਵੀ ਮੈਂ ਸਵਾਗਤ ਕਰਦਾ। ਜਿਸ ਤਰ੍ਹਾਂ ਸਾਡੀ ਗੱਲਬਾਤ ਚੱਲਦੀ ਪਈ ਸੀ ਕਿ ਮੇਰੀ ਵੀ ਇੱਛਾ ਸੀ ਕਿ ਇੱਕ ਫੌਜੀ ਨਾਲ ਵਿਆਹ ਕਰਾਵਾਂ, ਕਿ ਤੁਸੀਂ ਵੀ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਜਾਣਦੇ ਸੀ? ਬੀਬੀ ਸੁਰਿੰਦਰ ਕੌਰ ਜੀ ਦੇ ਗੀਤ ਪਹਿਲਾਂ ਸੁਣੇ ਸੀ? ਅਸੀਂ ਬਚਪਨ ਦੇ ਵਿੱਚ ਹੀ ਜਦੋਂ ਘਰ ਦੇ ਵਿੱਚ ਛੋਟੇ ਛੋਟੇ ਰੇਡੀਓਜ਼ ਹੁੰਦੇ ਸਨ ਜੀ, ਤੇ ਜਦੋਂ ਗੀਤ ਕੋਈ ਨਵਾਂ ਆਉਣਾ ਮੰਮਾ ਵੱਲੋਂ, ਜੀ, ਪ੍ਰਕਾਸ਼ ਕੌਰ ਆਂਟੀ ਵੱਲੋਂ, ਜੀ, ਤੇ ਸਾਨੂੰ ਪਤਾ ਲੱਗ ਜਾਣਾ ਕਿ ਨਵਾਂ ਗੀਤ ਅੱਜ ਇਹਨਾਂ ਦਾ ਰੇਡੀਓ ਤੇ ਵੱਜਣ ਵਾਲਾ ਹੈ ਜਾਂ ਵੱਜ ਰਿਹਾ ਹੈ, ਜੀ, ਤੇ ਅਸੀਂ ਭੱਜ ਕੇ ਜਾ ਕੇ ਤੇ ਰੇਡੀਓ ਨੂੰ ਔਨ ਕਰਨਾ ਤੇ ਸੁਣਨਾ ਉਹਨੂੰ। ਕਰਨਲ ਸਾਹਿਬ, ਤੁਹਾਨੂੰ ਕੋਈ ਮੰਮਾ ਦਾ ਕੋਈ ਗੀਤ ਜਿਹੜਾ ਸਭ ਤੋਂ ਜ਼ਿਆਦਾ ਪਸੰਦ ਹੈ, ਗੁਨਗੁਣਾ ਕੇ ਗਾ ਸਕਦੇ ਹੋ? ਕਹਿੰਦੇ ਸਭ ਗਾ ਕੇ ਦਿਖਾਓ। ਨਹੀਂ, ਮੈਨੂੰ ਉਹਨਾਂ ਦੇ ਜਿਹੜੀ ਮੰਮਾ ਦਾ ਮੈਨੂੰ ਯਾਦ ਹੈ ਕਿ ਹਮੇਸ਼ਾ ਹੀ ਉਹਨਾਂ ਦੇ ਗੀਤ ਜਿਹੜੇ ਉਹਨਾਂ ਨੇ ਗਾਏ ਹੋਏ ਸਨ ਜੀ, ਉਹ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਹੁੰਦੇ ਸਨ। ਜੀ, ਤੇ ਬਚਪਨ ਦੇ ਵਿੱਚ ਇਹ ਮੈਨੂੰ ਗਾਣਾ ਬੜਾ ਅੱਛਾ ਲੱਗਦਾ ਸੀ ਜਿਹੜਾ ਮੰਮਾ ਨੇ ਗਾਇਆ ਹੋਇਆ ਸੀ, ਨੀੜੀਓ ਕਾਗ ਬਨੇਰੇ ਤੇ ਬੋਲਿਆ, ਔਂਸੀਆਂ ਪਾਉਂਦੀ ਦਾ ਹਨੀ ਮੇਰਾ, ਔਂਸੀਆਂ ਪਾਉਂਦੀ ਦਾ ਹਨੀ ਮੇਰਾ, ਨਰਮ ਕਾਲ ਜਾ ਡੋਲਿਆ, ਨੀੜੀਓ ਕਾਗ ਬਨੇਰੇ ਤੇ ਬੋਲਿਆ। ਅਸੀਂ ਬੀਬੀ ਸੁਰਿੰਦਰ ਕੌਰ ਜੀ ਦੀ ਇੱਕ ਫੁਲਵਾੜੀ ਦੇ ਵਿੱਚ ਬੈਠੇ ਹਾਂ। ਜਿਸ ਤਰ੍ਹਾਂ ਪਹਿਲਾਂ ਮੇਰੀ ਗੱਲ ਹੋਈ ਡੋਲੀ ਗੁਲੇਰੀਆ ਜੀ ਦੇ ਨਾਲ, ਉਹਨਾਂ ਦੇ ਪਤੀ ਕਰਨਲ ਸਾਹਿਬ ਨਾਲ, ਹੁਣ ਡੋਲੀ ਗੁਲੇਰੀਆ ਜੀ ਦੀ ਬੇਟੀ ਸੁਨੈਣੀ ਜੀ ਮੇਰੇ ਨਾਲ ਨੇ, ਤੇ ਉਹਨਾਂ ਦੇ ਬੇਟੇ ਦਿਲਪ੍ਰੀਤ ਸਿੰਘ ਗੁਲੇਰੀਆ ਜੀ ਵੀ ਅੱਜ ਸਾਡੇ ਨਾਲ ਮੌਜੂਦ ਨੇ। ਜਿਸ ਤਰ੍ਹਾਂ ਸੁਨੈਣੀ ਜੀ, ਮੈਂ ਤੁਹਾਡੇ ਤੋਂ ਸ਼ੁਰੂ ਕਰਦਾ। ਫਿਰ ਜਿਸ ਤਰ੍ਹਾਂ ਨੇ ਗੱਲ ਕੀਤੀ ਕਿ ਮੈਂ ਆਪਣੀ ਮਾਂ ਤੋਂ ਵਿਰਸਾ ਲਿਆ, ਉਸ ਤੋਂ ਬਾਅਦ ਸੁਨੈਣੀ ਜੀ ਕੋਲ ਗਿਆ, ਫਿਰ ਇੰਨਾ ਖੁਸ਼ੀ ਹੈ ਕਿ ਇਹਨਾਂ ਨੇ ਆਪਣੀ ਬੇਟੀ ਦੇ ਵਿੱਚ ਵੀ ਉਹ ਗੁਣ ਪਾਏ। ਹਾਂਜੀ, ਬਿਲਕੁਲ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਤੇ ਜਦੋਂ ਮੇਰੀ ਰੀਆ ਹੋਈ ਸੀ ਤੇ ਨਾਨੀ ਮਾਂ ਦਿੱਲੀੋਂ ਆਏ ਸਨ, ਜੀ, ਤੇ ਨਾਨੀ ਮਾਂ ਨੇ ਰੀਆ ਨੂੰ ਗੋਦੀ 'ਚ ਲੈ ਕੇ ਕਿਹਾ ਕਿ ਰੀਆ ਤੂੰ ਤੇ ਮੈਨੂੰ ਪੜ੍ਹਨਾਨੀ ਬਣਾਤਾ। ਜੀ, ਤੇ ਮੇਰੀ ਰੀਆ ਬੜੀ ਖੁਸ਼ਕਿਸਮਤ ਹੈ। ਇਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ, ਇਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਬੀਬੀ ਸੁਰਿੰਦਰ ਕੌਰ ਜੀ ਦੇ ਸਨਮਾਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋਇਆ ਕਿ ਸਰਕਾਰ ਨੇ ਕੋਈ ਦੇਣ ਦਿੱਤੀ ਹੋਵੇ? ਮਾਂ ਨੂੰ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ, ਜੀ, ਔਰ 1982 ਦੇ ਵਿੱਚ ਉਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਦਾ ਪੁਰਸਕਾਰ ਮਿਲਿਆ ਸੀ। ਬਟ 82 ਤੋਂ ਲੈ ਕੇ 2006 ਤੱਕ ਉਹ ਪਦਮ ਸ਼੍ਰੀ ਉਡੀਕਦੀ ਰਹਿ ਗਈ, ਔਰ ਜਦੋਂ ਪਦਮ ਸ਼੍ਰੀ ਮਿਲਿਆ ਉਸ ਤੋਂ ਬਾਅਦ ਸ਼ੀ ਇਜ਼ ਨੋ ਲੌਂਗਰ ਦੇਅਰ। ਔਰ ਪਦਮ ਸ਼੍ਰੀ ਵੀ ਹਰਿਆਣਾ ਸਰਕਾਰ ਨੇ ਇਨੀਸ਼ੀਏਟ ਹੋਇਆ ਸੀ। ਕੀ ਤੁਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹੋ ਕਿ ਤੁਸੀਂ ਤੁਹਾਡੀ ਪਹਿਲੀ ਪੀੜ੍ਹੀ ਨੇ, ਹੁਣ ਅਗਲੀ ਪੀੜ੍ਹੀ ਨੇ, ਉਸ ਤੋਂ ਅਗਲੀ ਪੀੜ੍ਹੀ ਨੇ ਪੰਜਾਬੀ ਸੱਭਿਆਚਾਰ ਦੀ, ਦੇਸ਼ ਦੀ ਬੜੀ ਸੇਵਾ ਕੀਤੀ ਹੈ, ਖਾਸ ਕਰਕੇ ਮਾਂ ਬੋਲੀ ਦੀ ਵੀ ਕਹਿ ਸਕਦੇ ਹਾਂ? ਮੈਂ ਆਪਣੇ ਵਾਸਤੇ ਤੇ ਸਿਰਫ ਇਹੀ ਕਹਿ ਸਕਦੀ ਹਾਂ ਕਿ ਮੈਂ ਇਸ ਨਵਾਂ ਟ੍ਰੈਂਡ ਜਿਹੜਾ ਇੱਕ ਵੇਵ ਚੱਲੀ ਸੀ, ਪਹਿਲਾਂ ਡੂਇਟ ਗੀਤਾਂ ਦੀ ਚੱਲੀ ਸੀ ਵੇਵ, ਫਿਰ ਰੌਲਾ ਪਾਉਣ ਵਾਲੇ ਗੀਤਾਂ ਦੀ ਚੱਲੀ ਸੀ ਵੇਵ, ਫਿਰ ਨਿਰਾ ਹੀ ਢੋਲ ਧਮਾਕਾ ਹੋ ਗਿਆ, ਮੈਂ ਇਸ ਵੇਵ ਦੇ ਵਿੱਚ ਬਿਲਕੁਲ ਸ਼ਾਮਿਲ ਨਹੀਂ ਹਾਂ। ਹਟੋ ਨੀ ਸਹੇਲੀਓ ਹਟਾਓ ਨਾਨੀ ਗੋਰੀਓ, ਅੱਗ ਲੱਗ ਜਾਓ ਲਾਗੇ ਆਓ ਨਾਨੀ ਸਾਰੀਓ, ਅੱਗ ਲੱਗ ਜਾਓ ਲਾਗੇ ਆਓ ਨਾਨੀ ਸਾਰੀਓ, ਨੀ ਮੈਨੂੰ ਅੱਗ ਦੇ ਭੁੱਕੇ ਵਾਂਗੂ ਮੱਚ ਲੈਣ ਦੇ, ਨੀ ਮੈਨੂੰ ਜੋਰ ਦੇ ਵਿਆਹ ਵਿੱਚ ਨੱਚ ਲੈਣ ਦੇ, ਨੀ ਮੈਨੂੰ ਜੋਰ ਦੇ ਵਿਆਹ ਵਿੱਚ। ਦਿਲਪ੍ਰੀਤ ਵੀਰ, ਮੈਨੂੰ ਪਤਾ ਲੱਗਿਆ ਕਿ ਤੁਸੀਂ ਵੀ ਬਹੁਤ ਸੋਹਣਾ ਗਾਉਂਦੇ ਹੋ। ਕੋਈ ਨਾਨੀ ਮਾਂ ਦਾ ਕੋਈ ਗੀਤ ਸੁਣਾ ਦਿਓ। ਮੇਰੀ ਬਿਲਕੁਲ ਵੀ ਗਾਣ ਵਾਲੀ ਆਵਾਜ਼ ਨਹੀਂ ਹੈਗੀ, ਪਰ ਮੈਨੂੰ ਨਾਨੀ ਮਾਂ ਦੇ ਗਾਣਿਆਂ 'ਚ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ। ਸੁਨੈਣੀ ਜੀ, ਤੁਹਾਡੀ ਜਿਸ ਤਰ੍ਹਾਂ ਬੇਟੀ ਹੈ, ਹਾਂਜੀ, ਉਹ ਵੀ ਸੰਗੀਤ ਦੇ ਨਾਲ ਜੁੜੀ ਹੋਈ ਹੈ, ਉਹਨੂੰ ਵੀ ਪਸੰਦ ਆ ਆਪਣੇ ਨਾਨੀ ਦੀ, ਪੜਨਾਨੀ ਦੀ ਗੀਤ? ਹਾਂਜੀ, ਉਹ ਇਸ ਵੇਲੇ ਇਸ ਮਕਾਮ ਤੇ ਹੈਗੀ ਹੈ ਆਪਣੀ ਜ਼ਿੰਦਗੀ 'ਚ ਕਿ ਉਹ
ਸੰਗੀਤ, ਜੇ ਸੰਗੀਤ ਉਹਨੂੰ ਸਾਧਨਾ ਜਿਸ ਤਰ੍ਹਾਂ ਸਿੱਖਣਾ ਹੈ ਤੇ ਫਿਰ ਉਹਨੂੰ ਫਿਰ ਉਹੋ ਹੀ ਰਾਹ ਫੜਨਾ ਪਏਗਾ। ਬਿਲਕੁਲ। ਤੇ ਉਹ ਹਾਲੇ ਪੜ੍ਹਾਈ ਵਾਲੇ ਪਾਸੇ ਆਪਣੀ 12ਵੀਂ ਦੀ ਪੜ੍ਹਾਈ ਕਰਦੀ ਪਈ ਹੈ ਤੇ ਉਹ ਹਾਲੇ ਪੜ੍ਹਾਈ ਵਾਲੇ ਪਾਸੇ ਹਾਲੇ ਸ਼ਾਇਦ ਉਹਨੇ ਆਪਣੇ ਪ੍ਰੋਫੈਸ਼ਨ ਬਾਰੇ ਇੰਨਾ ਧਿਆਨ ਨਾਲ ਨਹੀਂ ਸੋਚਿਆ ਜੀ। ਤੇ ਸਾਡੇ ਵੱਲੋਂ ਕੋਈ ਪ੍ਰੈਸ਼ਰ ਵੀ ਨਹੀਂ ਹੈਗਾ ਉਹਨੂੰ। ਮੈਂਡੇ ਗਲੇ ਦੇ ਵੇ ਮੈਂਡੇ ਗਲੇ ਦੇ ਤਵੀਤਾ ਵੇ ਮੈਂਡੇ ਗਲੇ ਦੇ ਮੈਂਡੇ ਗਲੇ ਦੇ ਤਵੀਤਾ ਵੇ ਟੋਲਾ ਮੰਦਾ ਤਾਂ ਕੁਝ ਨਹੀਂ ਉਹ ਕੀਤਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਪੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਾਇਆ। ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਜੀ ਦੀ ਫੁਲਵਾੜੀ ਦੇ ਵਿੱਚ ਬੈਠ ਕੇ ਉਹਨਾਂ ਦੇ 90ਵੇਂ ਜਨਮ ਵਰ੍ਹੇ ਨੂੰ ਸਮਰਪਿਤ ਇੱਕ ਬੈਠਕ ਕੀਤੀ ਅਤੇ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਮੈਂ ਜਾਂਦੇ ਜਾਂਦੇ ਕਹਿਣਾ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੋਈ ਇਸ ਤਰ੍ਹਾਂ ਦਾ ਗੀਤ ਤੁਹਾਡੇ ਸਮੂਹ ਪਰਿਵਾਰ ਵੱਲੋਂ ਸੁਣਨਾ ਚਾਹੁੰਦੇ ਹਾਂ। ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੋੜੀਆਂ। ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ ਕੋਈ ਕਰਦੀਆਂ ਗੱਲੋੜੀਆਂ ਨੀ ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀ ਮਾਏ।